Good morning, everyone, and welcome back to Sabbath School. ਸਾਰਿਆਂ ਨੂੰ ਫਿਰ ਸਬ ਸਕੂਲ ਦੇ ਵਾਸਤੇ ਜੀ ਆਇਆਂ ਕਹਿੰਦੇ ਆ ਔਰ ਸਵੇਰ ਅੱਜ ਦੀ ਜਿਹੜੀ ਆ ਸਾਰਿਆਂ ਲਈ ਅੱਛੀ ਗੁਜ਼ਰੇ। This week, we're on lesson number 4. ਅੱਜ ਦਾ ਜਿਹੜਾ ਸਬਕ ਆ ਉਹ 4 ਨੰਬਰ ਹੈ। The title for this week's lesson? ਔਰ ਅੱਜ ਦੇ ਲੈਸਨ ਦੀ ਜੋ ਸਰਲੇਖ ਹੈ The Bible, ਪ੍ਰਭੂ ਯਿਸੂ ਮਸੀਹ ਦਾ ਬਚਨ, the authoritative source of our theology. ਜਿਹਦੇ ਵਿੱਚ ਜੋ तमाम ਸਾਡੀ ਸਿੱਖਿਆ ਹੈ, ਤਾਲੀਮ ਜੋ ਹੈ, ਉਹਦਾ ਜੋ ਮੁੱਢ ਹੈ ਉਹ ਬਾਈਬਲ ਵਿੱਚੋਂ ਹੈ। My name is James, ਇਹਨਾਂ ਦਾ ਨਾਂ ਜੇਮਸ ਹੈ and this is my dad, ਔਰ ਮੈਂ ਇਹਨਾਂ ਦੇ ਪਿਤਾ ਜੀ ਹਾਂ। Pastor Delbir Massey. ਮੇਰਾ ਨਾਂ ਪਾਸਟਰ ਦਲਬੀਰ ਮੈਸੀ ਹੈ। So I'll be teaching in English, and my dad will be translating into Punjabi. ਆਪ ਅੰਗਰੇਜ਼ੀ ਵਿੱਚ ਬੋਲਣਗੇ ਔਰ ਮੈਂ ਉਹਨਾਂ ਦਾ ਲੱਥਾ ਪੰਜਾਬੀ ਵਿੱਚ ਕਰਾਂਗਾ। So let's dive right into this week's lesson. ਆਓ ਸਿੱਧੇ ਅਸੀਂ ਅੱਜ ਦੇ ਸਬਕ ਵੱਲ ਚੱਲੀਏ। So everywhere in the world, people have to make decisions. ਔਰ ਦੁਨੀਆ ਦੇ ਵਿੱਚ ਹਰ ਜਗ੍ਹਾ ਇਨਸਾਨਾਂ ਨੂੰ ਕੋਈ ਜ਼ਿੰਦਗੀ 'ਚ ਫੈਸਲਾ ਕਰਨਾ ਪੈਂਦਾ ਹੈ Decisions about how they're going to live. ਕਿ ਉਹਨਾਂ ਨੇ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ। There are many factors that influence our decisions. ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਦੇ ਉੱਤੇ ਬਹੁਤ ਅਸਰ ਹੁੰਦਾ ਹੈ। And whichever influence we see as the most important, ਔਰ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਅਸਰ ਹੁੰਦਾ ਅਸੀਂ ਉਸ ਨੂੰ ਬਹੁਤ ਮਹੱਤਤਾ ਦਿੰਦੇ ਹਾਂ। it will ultimately shape the way we see the world. ਔਰ ਫਿਰ ਉਹਦਾ ਅਸਰ ਸਾਡੀ ਜ਼ਿੰਦਗੀ 'ਤੇ ਇਸ ਤਰ੍ਹਾਂ ਦਾ ਹੁੰਦਾ ਕਿ ਜਿਸ ਤਰ੍ਹਾਂ ਦਾ ਸਾਡਾ ਵਿਚਾਰ ਬਣਦਾ ਦੁਨੀਆ ਨੂੰ ਉਸੇ ਵਿਚਾਰ ਦੇ ਮੁਤਾਬਿਕ ਦੇਖਦੇ ਹਾਂ। Will shape the decisions that we make. ਔਰ ਫਿਰ ਜੋ ਅਸੀਂ ਫੈਸਲਾ ਕਰ ਦਿੰਦੇ ਹਾਂ ਉਹਦੇ ਵਿੱਚ ਸਾਡੀ ਜ਼ਿੰਦਗੀ 'ਤੇ ਅਸਰ ਹੋ ਜਾਂਦਾ ਹੈ। So this week we are going to look at 5 different influences. ਔਰ ਅੱਜ ਅਸੀਂ ਦੇਖਦੇ ਹਾਂ 4 ਗੱਲਾਂ ਜਿਨ੍ਹਾਂ ਦਾ ਸਾਡੀ ਜ਼ਿੰਦਗੀ 'ਤੇ ਅਸਰ ਹੁੰਦਾ ਹੈ। 5 different influences that shape our decision making. ਉਹੀ 5 ਗੱਲਾਂ ਜਿਨ੍ਹਾਂ ਦਾ ਸਾਡੀ ਪੂਰੀ ਜ਼ਿੰਦਗੀ ਦੇ ਉੱਤੇ ਅਸਰ ਹੁੰਦਾ ਹੈ। First, we're going to look at tradition. ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਜੋ ਕਿ ਰਸਮਾਂ ਔਰ ਰਿਵਾਜ਼ਾਂ ਸਾਡੇ ਵਿੱਚ ਹੁੰਦੀਆਂ ਨੇ। Then we're going to look at experience. ਫਿਰ ਜੋ ਸਾਡੀ ਜ਼ਿੰਦਗੀ ਦਾ ਜੋ ਤਜਰਬਾ ਹੈ। Then we're going to look at our culture. ਫਿਰ ਜੋ ਸਾਡੀ ਜੋ ਸਭਿਅਤਾ ਹੈ ਉਸ ਦਾ। Then we're going to look at our ability to think and reason. ਔਰ ਫਿਰ ਜੋ ਸਾਡੀ ਜ਼ਿੰਦਗੀ ਦੇ ਵਿੱਚ ਸੋਚ ਵਿਚਾਰ ਦੇ ਸਾਡੇ ਪਾਸ ਜੋ ਮਹੱਤਤਾ ਹੈ। And then lastly, we're going to look at the Bible. ਫਿਰ ਅਸੀਂ ਪ੍ਰਭੂ ਦੀ ਬਾਣੀ ਜਿਹਨੂੰ ਅਸੀਂ ਬਾਈਬਲ ਕਹਿੰਦੇ ਹਾਂ। So let's dive right into tradition. ਆਓ ਪਹਿਲਾਂ ਅਸੀਂ ਫਿਰ ਦੇਖੀਏ ਜੋ ਪਹਿਲਾ ਹੈ ਜੋ ਕਿ ਰਸਮਾਂ ਰਿਵਾਜ਼ਾਂ ਨੇ। When I hear this word, it makes me think of a song. ਔਰ ਜਦੋਂ ਮੈਂ ਰਸਮਾਂ ਬਾਰੇ ਸੋਚਦਾ ਹਾਂ ਤੇ ਮੈਂ ਇੱਕ ਗੀਤ ਬਾਰੇ ਸੋਚਦਾ ਹਾਂ। It was a song from one of my favorite movies. ਔਰ ਉਹ ਜਿਹੜਾ ਗੀਤ ਆ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਚੁਣਿਆ ਜਿਹੜਾ ਕਿ ਇੱਕ ਫਿਲਮ ਸੀ ਜਿਹੜੀ ਕਿ ਇਹਨਾਂ ਨੂੰ ਬਹੁਤ ਪਸੰਦ ਆਈ ਸੀ। And that movie was called Fiddler on the Roof. ਔਰ ਉਹਦਾ ਨਾਂ ਸੀ ਫਿਡਲਰ ਔਨ ਦਾ ਰੂਫ। The movie began with a song. ਔਰ ਉਹ ਜਿਹੜੀ ਫਿਲਮ ਸੀ ਉਹ ਸ਼ੁਰੂ ਹੋਈ ਇੱਕ ਗੀਤ ਦੇ ਨਾਲ। And during the song, ਔਰ ਉਸ ਗੀਤ ਦੇ ਵਿੱਚ the main character made this interesting statement. ਔਰ ਉਸ ਗੀਤ ਦੇ ਵਿੱਚ ਜਿਹੜਾ ਵੱਡਾ ਐਕਟਰ ਸੀ ਉਸਨੇ ਇੱਕ ਬਹੁਤ ਵੱਡੀ ਗੱਲ ਕਹੀ। He said this. ਉਹਨੇ ਇੱਦਾਂ ਕਿਹਾ। He said, without our traditions, ਕਹਿੰਦੇ ਕਿ ਆਪਣੀਆਂ ਰਸਮਾਂ ਰਾਜਾਂ ਦੇ ਬਗੈਰ our lives would be shaky. ਉਹ ਸਾਡੀ ਜਿਹੜੀ ਜ਼ਿੰਦਗੀ ਆ ਜਿਹੜੀ ਉਹ ਇੱਕ ਸਾਰ ਨਹੀਂ ਰਹੇਗੀ। Our lives would be as shaky as a fiddler on the roof. ਸਾਡਾ ਜੀਵਨ ਇਸ ਤਰ੍ਹਾਂ ਦਾ ਅਸਥਿਰ ਰਹੇਗਾ ਜਿਸ ਤਰ੍ਹਾਂ ਕਿ ਉਹ ਫਿਡਲਰ ਜਿਹੜਾ ਸੀ ਛੱਤ ਤੇ ਚੜ੍ਹ ਕੇ ਤੇ ਆਪਣੀ ਸਾਜ਼ ਵਜਾਉਂਦਿਆ ਸੀ। So what are traditions? ਔਰ ਫਿਰ ਦੇਖੀਏ ਕਿ ਜਿਹੜੀਆਂ ਰਸਮਾਂ ਰਿਵਾਜ਼ਾਂ ਨੇ ਕੀ ਨੇ। Traditions are things that we do over and over. ਰਸਮਾਂ ਰਿਵਾਜ਼ਾਂ ਉਹ ਨੇ ਜਿਹੜੀਆਂ ਕਿ ਅਸੀਂ ਬਾਰ-ਬਾਰ ਉਸੇ ਗੱਲ ਨੂੰ ਜਾਂ ਉਸੇ ਚੀਜ਼ ਨੂੰ ਕਰਦੇ ਹਾਂ। Normally we do them over and over at the same time. ਔਰ ਉਹ ਇੱਕ ਮੁਕਰਰ ਕੀਤੇ ਹੋਏ ਟਾਈਮ ਦੇ ਉੱਤੇ ਬਾਰ-ਬਾਰ ਅਸੀਂ ਕਰਦੇ ਹਾਂ। Some traditions are day by day. ਕਈ ਜਿਹੜੀਆਂ ਸਾਡੀਆਂ ਰਸਮ ਰਿਵਾਜ਼ਾਂ ਨੇ ਉਹਨਾਂ ਨੂੰ ਰੋਜ਼ ਵੀ ਕਰਦੇ ਹਾਂ। Some are week by week. ਔਰ ਕਈ ਜਿਹੜੇ ਨੇ ਹਫ਼ਤੇ ਦੇ ਵਿੱਚ ਹਰ ਹਫ਼ਤੇ ਅਸੀਂ ਕਰਦੇ ਹਾਂ। For instance, ਮਿਸਾਲ ਦੇ ਤੌਰ ਤੇ in the Navy, ਜਿਸ ਤਰ੍ਹਾਂ ਕਿ ਜਿਹੜੀ ਕਿ ਸਮੁੰਦਰੀ ਫੌਜ ਹੁੰਦੀ ਆ all over the world, ਤਮਾਮ ਦੁਨੀਆ ਦੇ ਉੱਤੇ the Navy would serve tacos on Tuesday. ਔਰ ਉਹ ਕੋਈ ਇੱਦਾਂ ਗੱਲਬਾਤ ਕਰੇਗੀ ਜੋ ਕਿ ਹਰ ਮੰਗਲਵਾਰ ਨੂੰ ਕਰਦੇ ਆ। They called it Taco Tuesday. ਔਰ ਉਹਨਾਂ ਨੂੰ ਜਿਹੜੀ ਗੱਲਬਾਤ ਕਰਦੇ ਆ ਉਹ ਕਹਿੰਦੇ ਵੀ ਮੰਗਲਵਾਰ ਨੂੰ ਕਰਦੇ ਆ। It was just some weird Navy tradition. ਔਰ ਇਹ ਇੱਕ ਸਿਰਫ ਉਸ ਸਮੁੰਦਰੀ ਫੌਜ ਦੀ ਇੱਕ ਆਦਤ ਹੁੰਦੀ ਸੀ।
So let's look at tradition. ਆਓ ਅਸੀਂ ਦੇਖੀਏ ਫਿਰ ਰਸਮਾਂ ਰਿਵਾਜਾਂ ਬਾਰੇ। Now, what are some good things about tradition? ਜਿਹੜੀਆਂ ਰਸਮ ਰਿਵਾਜਾਂ ਨੇ ਉਹਨਾਂ ਦਾ ਕੀ ਲਾਭ ਹੈ? Well, first, traditions help us to remember our history. ਔਰ ਜਿਹੜੀਆਂ ਰਸਮਾਂ ਰਿਵਾਜਾਂ ਨੇ ਉਹ ਸਾਨੂੰ ਆਪਣੇ ਪੁਰਾਣਾ ਇਤਿਹਾਸ ਹੈ ਉਹਨੂੰ ਯਾਦ ਦਿਲਾਉਂਦੀਆਂ ਨੇ। Traditions help us to remember. ਔਰ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਨੂੰ ਯਾਦ ਆਉਂਦੀਆਂ ਨੇ। They help us to remember our ancestors. ਔਰ ਫਿਰ ਸਾਰੇ ਉਹਨਾਂ ਦੇ ਨਾਲ ਜੋ ਸਾਡੇ ਬਜ਼ੁਰਗ ਜੁੜੇ ਹੁੰਦੇ ਆ ਉਹਨਾਂ ਨੂੰ ਵੀ ਸਾਡੀ ਯਾਦ ਵਿੱਚ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। And traditions give structure to our lives. ਔਰ ਉਹਦੇ ਨਾਲ ਸਾਡਾ ਜੀਵਨ ਜਿਹੜਾ ਉਹਦੇ ਨਾਲ ਵੀ ਸੰਬੰਧ ਬਣ ਜਾਂਦਾ ਹੈ। Now, there are many different types of traditions, ਜਿਹੜੀਆਂ ਖਾਸ ਰਸਮਾਂ ਰਿਵਾਜਾਂ ਨੇ ਜਿਸ ਤਰ੍ਹਾਂ ਕਿ ਹੁਣ ਦੱਸਦੇ ਹਾਂ, such as family traditions. ਔਰ ਜਿਹੜੀਆਂ ਕਿ ਘਰਾਂ ਦੇ ਵਿੱਚ ਆਪਣੀਆਂ ਖਾਨਦਾਨ ਦੇ ਵਿੱਚ ਹੁੰਦੀਆਂ ਨੇ। Our family tradition is to have worship every morning. ਜਿਸ ਤਰ੍ਹਾਂ ਸਾਡੀ ਜਿਹੜੀ ਰਸਮ ਹੈ ਜਾਂ ਰਿਵਾਜ ਹੈ ਸੁਬਾਹ ਉੱਠ ਕੇ ਪ੍ਰਭੂ ਦਾ ਨਾਂ ਲੈਣਾ ਜਾਂ ਪ੍ਰਭੂ ਦੀ ਬਾਣੀ ਪੜ੍ਹਨੀ। Now we have national traditions. ਫਿਰ ਇਸੇ ਤਰੀਕੇ ਨਾਲ ਸਾਡੀਆਂ ਕੌਮੀ ਜਿਹੜੀਆਂ ਟ੍ਰੈਡੀਸ਼ਨਾਂ ਨੇ ਜਾਂ ਰਸਮ ਰਿਵਾਜਾਂ ਹੁੰਦੀਆਂ ਨੇ। Many countries share the same traditions. ਬਹੁਤ ਸਾਰੀਆਂ ਮੁਲਕ ਦੇ ਵਿੱਚ ਕਈ ਮੁਲਕਾਂ ਦੀਆਂ ਜਿਹੜੀਆਂ ਰਸਮ ਰਿਵਾਜਾਂ ਨੇ ਉਹ ਦੁਨੀਆ ਦੇ ਨਾਲ ਸਾਂਝੀਆਂ ਨੇ। Such as countries all over the world ਜਿਸ ਤਰ੍ਹਾਂ ਕਿ ਤਮਾਮ ਮੁਲਕ ਜਿਹੜੇ ਆ ਦੁਨੀਆ ਦੇ ਵਿੱਚ celebrating New Year's Eve. ਉਹ ਹਰ ਨਵਾਂ ਸਾਲ ਜਿਹੜਾ ਉਹਦੀ ਸ਼ਾਮ ਨੂੰ ਇਕੱਠੇ ਹੁੰਦੇ ਆ। In America, ਅਮਰੀਕਾ ਦੇ ਵਿੱਚ we celebrate the tradition of Thanksgiving. ਅਸੀਂ ਉੱਥੇ ਹਰ ਸਾਲ ਧੰਨਵਾਦ ਕਰਨ ਦਾ ਪ੍ਰਭੂ ਦਾ ਜਾਂ ਲੋਕਾਂ ਦਾ ਧੰਨਵਾਦ ਕਰਨ ਲਈ ਇਕੱਠੇ ਹੁੰਦੇ ਹਾਂ। And then we have religious traditions, ਫਿਰ ਕਈ ਸਾਡੀਆਂ ਮਜ਼ਹਬੀ ਤੌਰ 'ਤੇ ਧਾਰਮਿਕ ਜਿਹੜੀਆਂ ਰਿਵਾਜਾਂ ਨੇ ਉਹ ਹੁੰਦੇ ਨੇ। such as Christmas and Easter. ਜਿਸ ਤਰ੍ਹਾਂ ਕਿ ਨਵਾਂ ਸਾਲ ਔਰ ਫਿਰ ਵੱਡਾ ਦਿਨ ਜਾਂ ਫਿਰ ਕ੍ਰਿਸਮਸ ਜਿਹਨੂੰ ਕਹਿੰਦੇ ਅਸੀਂ ਮਨਾਉਂਦੇ ਹਾਂ। Traditions can be really fun. ਔਰ ਇੱਦਾਂ ਦੀਆਂ ਕਈ ਜਿਹੜੀਆਂ ਸਾਡੀਆਂ ਰਸਮਾਂ ਰਿਵਾਜਾਂ ਨੇ ਉਹ ਬਹੁਤ ਅੱਛੀਆਂ ਹੁੰਦੀਆਂ ਨੇ। But is there anything bad or dangerous about tradition? ਕਈ ਉਹ ਇਹੋ ਜਿਹੀਆਂ ਰਸਮਾਂ ਵੀ ਨੇ ਜਿਹੜੀਆਂ ਕਿ ਬਹੁਤ ਖਤਰਨਾਕ ਨੇ। Well, let's see what Jesus said. ਆਓ ਅਸੀਂ ਦੇਖੀਏ ਕਿ ਪ੍ਰਭੂ ਯਿਸੂ ਮਸੀਹ ਨੇ ਇਹਨਾਂ ਬਾਰੇ ਕੀ ਕਿਹਾ। In the Gospel of Mark, ਮਰਕਸ ਦੀ ਅੰਜੀਲ ਦੇ ਵਿੱਚ Jesus said this. ਔਰ 7 ਬਾਬ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਇਸ ਤਰ੍ਹਾਂ ਕਿਹਾ। Jesus was upset because the religious leaders ਉਹ ਪ੍ਰਭੂ ਯਿਸੂ ਮਸੀਹ ਉਸ ਵੇਲੇ ਥੋੜ੍ਹਾ ਜਿਹਾ ਨਾਰਾਜ਼ ਸਨ ਜੋ ਕਿ ਉਸ ਸਮੇਂ ਦੇ ਮਜ਼ਹਬ ਦੇ ਠੇਕੇਦਾਰ ਸਨ। The religious leaders thought that their Jewish traditions ਜਿਹੜੇ ਯਹੂਦੀ ਉਸ ਵੇਲੇ ਧਾਰਮਿਕ ਆਗੂ ਸਨ ਉਹ ਇਹ ਗੱਲ ਸੋਚਦੇ ਸਨ the Jewish traditions were more important than the commandments of God. ਕਿ ਜਿਹੜੀਆਂ ਉਹਨਾਂ ਦੇ ਆਪਣੇ ਰਸਮ ਰਿਵਾਜ ਨੇ ਉਹ ਬਹੁਤ ਹੀ ਮਹੱਤਵਪੂਰਕ ਨੇ ਬਨਿਸਬਤ ਕੇ ਜੋ ਪ੍ਰਭੂ ਦੀ ਬਾਣੀ ਜਾਂ ਜੋ ਪ੍ਰਭੂ ਦੇ ਹੁਕਮ ਨੇ ਉਹਨਾਂ ਤੋਂ ਵੱਧ ਕੇ। So while traditions can be wonderful, ਭਾਵੇਂ ਕਈ ਜਿਹੜੀਆਂ ਰਸਮ ਰਿਵਾਜਾਂ ਨੇ ਉਹ ਬਹੁਤ ਅੱਛੀਆਂ ਹੁੰਦੀਆਂ ਨੇ, a tradition cannot be more important to us than a commandment of God. ਲੇਕਿਨ ਉਹ ਜਿਹੜੀਆਂ ਸਾਡੀਆਂ ਰਸਮ ਰਿਵਾਜਾਂ ਨੇ ਉਹ ਪ੍ਰਭੂ ਦੇ ਹੁਕਮਾਂ ਨਾਲੋਂ ਜ਼ਿਆਦਾ ਮਹੱਤਤਾ ਨਹੀਂ ਰੱਖਦੀਆਂ। Now let's look at experience. ਫਿਰ ਅਸੀਂ ਦੇਖੀਏ ਆਪਣੀ ਜ਼ਿੰਦਗੀ ਦੇ ਕਈ ਤਜਰਬੇ ਨੇ What is an experience? ਕਿ ਅਸੀਂ ਜਿਹੜੇ ਤਜਰਬੇ ਜ਼ਿੰਦਗੀ ਦੇ ਤਜਰਬੇ ਨੇ ਉਹਨੂੰ ਕਿੱਦਾਂ ਬਿਆਨ ਕਰ ਸਕਦੇ ਹਾਂ। An experience is something that we see, we hear, or we feel. ਜ਼ਿੰਦਗੀ ਦੇ ਵਿੱਚ ਉਹ ਤਜਰਬਾ ਜੇ ਹੁੰਦਾ ਹਾਸਲ ਜਿਹੜਾ ਸਾਨੂੰ ਸੁਣਨ ਦੇ ਨਾਲ, ਦੇਖਣ ਦੇ ਨਾਲ ਔਰ ਕਰਨ ਦੇ ਨਾਲ। Experiences shape the way we see the world. ਔਰ ਇਹ ਜਿਹੜੇ ਜ਼ਿੰਦਗੀ ਦੇ ਤਜਰਬੇ ਨੇ ਇਹ ਸਾਨੂੰ ਜ਼ਿੰਦਗੀ ਦਾ ਇੱਕ ਅੰਗ ਬਣ ਜਾਂਦੇ ਨੇ। Let me give you an example. ਮੈਂ ਇੱਕ ਮਿਸਾਲ ਦੇਣਾ ਚਾਹੁੰਦਾ ਹਾਂ। If I saw a tree fall in the woods ਜੇ ਮੈਂ ਇੱਕ ਦਰਖਤ ਨੂੰ ਜੰਗਲ ਦੇ ਵਿੱਚ ਡਿੱਗਦਿਆਂ ਹੋਇਆਂ ਦੇਖਿਆ and it made a loud sound, ਔਰ ਇਹਨੇ ਬਹੁਤ ਸਾਰੀ ਆਵਾਜ਼ ਕੀਤੀ, for the rest of my life, ਫਿਰ ਸਾਰੀ ਉਮਰ ਮੇਰੀ ਜ਼ਿੰਦਗੀ ਦੇ ਵਿੱਚ I would believe that trees that fall make sound. ਮੈਂ ਇਹ ਫਿਰ ਯਾਦ ਰੱਖਾਂਗਾ ਕਿ ਜਦੋਂ ਕੋਈ ਵੀ ਵੱਡਾ ਦਰਖਤ ਡਿੱਗਦਾ ਉਹਦੇ ਨਾਲ ਬੜੀ ਆਵਾਜ਼ ਵੀ ਹੁੰਦੀ ਹੈ। It would be very hard for you to convince me otherwise. ਔਰ ਫਿਰ ਇਸ ਕਰਕੇ ਤੁਹਾਡੇ ਲਈ ਬੜਾ ਮੁਸ਼ਕਲ ਹੋਏਗਾ ਕਿ ਮੈਨੂੰ ਇਹ ਸਮਝਾਉਣਾ ਕਿ ਦਰਖਤ ਜਦੋਂ ਡਿੱਗਦਾ ਉਹਦੀ ਆਵਾਜ਼ ਨਹੀਂ ਹੁੰਦੀ। Because I experienced it for myself. ਕਿਉਂਕਿ ਮੈਂ ਖੁਦ ਇਹ ਤਜਰਬੇ ਦੇ ਜ਼ਰੀਏ ਸਿੱਖਿਆ। The same could be said for the disciples. ਇਸੇ ਤਰੀਕੇ ਨਾਲ ਜੋ ਪ੍ਰਭੂ ਯਿਸੂ ਮਸੀਹ ਦੇ
ਸ਼ਾਗਿਰਦ ਸਨ ਉਹਨਾਂ ਬਾਰੇ ਵੀ ਅਸੀਂ ਸੋਚ ਸਕਦੇ ਹਾਂ ਜਾਂ ਕਹਿ ਸਕਦੇ ਹਾਂ। They taught the world that Jesus rose from the dead. ਉਹ ਸ਼ਾਗਿਰਦਾਂ ਨੇ ਲੋਕਾਂ ਨੂੰ ਕਿਹਾ ਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠੇ। But why did they believe that? ਇਹ ਉਹਨਾਂ ਨੇ ਕਿਉਂ ਵਿਸ਼ਵਾਸ ਕੀਤਾ ਕਿ ਉਹ ਜੀ ਉੱਠੇ ਨੇ? Did they read it in a book? ਕੀ ਉਹਨਾਂ ਨੇ ਕਿਤਾਬ ਵਿੱਚੋਂ ਕੋਈ ਪੜ੍ਹਿਆ ਸੀ? No. Let's look at what the Bible says. ਕਿਤਾਬ ਚੋਂ ਪੜ੍ਹ ਕੇ ਨਹੀਂ ਦੇਖਦੇ ਹਾਂ ਕਿ ਉਹਨਾਂ ਨੇ ਇਹ ਗੱਲ ਕਿੱਥੋਂ ਸਿੱਖੀ। ਆਓ ਅਸੀਂ ਬਾਈਬਲ ਦੇ ਵਿੱਚੋਂ ਦੇਖਦੇ ਹਾਂ। John said that what we have seen and heard for ourselves. ਉਹਨਾਂ ਦਾ ਇੱਕ ਜਿਹੜਾ ਸ਼ਾਗਿਰਦ ਸੀ ਯਹੋਨਾ, ਉਹਨੇ ਆਪਣੀ ਅੰਜੀਲ ਦੇ ਵਿੱਚ ਪਹਿਲੇ ਚੈਪਟਰ ਦੇ ਵਿੱਚ ਲਿਖਿਆ, ਉਹਨੇ ਕਿਹਾ ਕਿ ਅਸੀਂ ਉਸ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ, ਅਸੀਂ ਪ੍ਰਭੂ ਯਿਸੂ ਮਸੀਹ ਨੂੰ ਕੰਨਾਂ ਦੇ ਨਾਲ ਸੁਣਿਆ ਔਰ ਅਸੀਂ ਉਹਨਾਂ ਨੂੰ ਛੂਹਿਆ ਵੀ। What we have seen and heard for ourselves, that is what we are going to tell you. ਉਹ ਕਹਿੰਦੇ ਸੀ ਕਿ ਜੋ ਅਸੀਂ ਦੇਖਿਆ, ਜੋ ਅਸੀਂ ਸੁਣਿਆ, ਅਸੀਂ ਉਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ। They did not believe in a resurrected Jesus because they read it in a book. ਉਹਨਾਂ ਇਸ ਲਈ ਵਿਸ਼ਵਾਸ ਨਹੀਂ ਕੀਤਾ ਕਿ ਪ੍ਰਭੂ ਯਿਸੂ ਮਸੀਹ ਜਿੰਦਾ ਹੋ ਗਏ ਨੇ ਕਿ ਉਹਨਾਂ ਕਿਸੇ ਕਿਤਾਬ ਚੋਂ ਪੜ੍ਹਿਆ ਸੀ। They experienced him for themselves. ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਤਜਰਬਾ ਹੋਇਆ ਉਹਨਾਂ ਦੇ ਨਾਲ। They walked with him. ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਚੱਲੇ ਵੀ, ਤੁਰੇ ਫਿਰੇ ਵੀ। They talked to him. ਔਰ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਲ ਵੀ ਗੱਲਾਂ ਬਾਤਾਂ ਵੀ ਕੀਤੀਆਂ। They even ate breakfast with him. ਇੱਥੋਂ ਤੱਕ ਕਿ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਲ ਖਾਣਾ ਵੀ ਖਾਧਾ। And ultimately they touched him. ਔਰ ਆਖਰਕਾਰ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਛੂਹਿਆ ਵੀ। They experienced the risen Christ for themselves. ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਜਿੰਦਾ ਦੇਖਿਆ, ਸੁਣਿਆ ਔਰ ਛੂਹਿਆ। So let's look at what's good about experiences. ਆਓ ਹੁਣ ਦੇਖੀਏ ਕਿ ਜੋ ਸਾਡੀ ਜ਼ਿੰਦਗੀ ਦੇ ਕਈ ਤਜਰਬੇ ਹੁੰਦੇ ਨੇ, ਇਹਨਾਂ ਵਿੱਚ ਅੱਛਾਈ ਕੀ ਹੈ। Experiences help us to understand who God is. ਔਰ ਇਸ ਤਰੀਕੇ ਦੇ ਨਾਲ ਅਸੀਂ ਸਮਝ ਸਕਦੇ ਹਾਂ ਕਿ ਪ੍ਰਭੂ ਕੀ ਹੈ। When we pray ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ and we experience God answering our prayers, ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਸਾਨੂੰ ਪ੍ਰਾਰਥਨਾ ਦਾ ਉੱਤਰ ਮਿਲਦਾ ਹੈ ਤਾਂ ਅਸੀਂ ਜਾਣ ਜਾਂਦੇ ਹਾਂ ਕਿ ਪ੍ਰਭੂ ਹੈ। it helps us to understand that he loves us. ਔਰ ਇੱਥੋਂ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਸਾਡੀਆਂ ਪ੍ਰਾਰਥਨਾ ਦਾ ਉੱਤਰ ਦਿੰਦੇ ਆ ਕਿ ਪ੍ਰਭੂ ਸਾਨੂੰ ਪਿਆਰ ਕਰਦਾ ਹੈ। And when we feel discouraged, ਜਦੋਂ ਅਸੀਂ ਹੌਸਲਾ ਛੱਡ ਬੈਠਦੇ ਹਾਂ, we could think back about all of our experiences with God. ਔਰ ਫਿਰ ਜੋ ਸਾਡਾ ਤਜਰਬਾ ਪ੍ਰਭੂ ਯਿਸੂ ਮਸੀਹ ਦੇ ਜਾਂ ਪ੍ਰਭੂ ਦੇ ਨਾਲ ਹੋਇਆ ਹੈ, ਅਸੀਂ ਉਸ ਤਜਰਬਿਆਂ ਨੂੰ ਯਾਦ ਕਰ ਲੈਂਦੇ ਹਾਂ। And remembering these experiences bring us joy. ਔਰ ਜਦੋਂ ਫਿਰ ਉਹਨਾਂ ਜਿਹੜੇ ਤਜਰਬੇ ਹੋਏ ਪ੍ਰਭੂ ਦੇ ਨਾਲ ਜਦੋਂ ਯਾਦ ਕਰਦੇ ਹਾਂ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਜਾਂਦੀ ਹੈ। Someone once said this quotation. ਔਰ ਕਿਸੇ ਨੇ ਇਸ ਤਰ੍ਹਾਂ ਇਹ ਗੱਲ ਕਹੀ, Our biggest fear for the future ਜੋ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਡਰ ਹੈ ਉਹ ਆਉਣ ਵਾਲੇ ਸਮੇਂ ਦੇ ਬਾਰੇ ਹੈ। is that we forget about all of our experiences with God in the past. ਔਰ ਇਹ ਡਰ ਉਦੋਂ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਉਹ ਗੱਲ ਭੁੱਲ ਜਾਂਦੇ ਹਾਂ ਕਿ ਪ੍ਰਭੂ ਨੇ ਸਾਨੂੰ ਪੁਰਾਣੀ ਜ਼ਿੰਦਗੀ ਦੇ ਵਿੱਚ ਭੂਤ ਦੇ ਵਿੱਚ ਕਿਸ ਤਰ੍ਹਾਂ ਸਾਡੀ ਮਦਦ ਕੀਤੀ। So what are some bad things or dangerous things about experience? ਫਿਰ ਜਿਹੜੇ ਤਜਰਬੇ ਨੇ ਇਹਨਾਂ ਦਾ ਇਹਦੇ 'ਚ ਬੁਰਾਈ ਕੀ ਹੈ? Well, sometimes we experience things that do not come from God. ਔਰ ਕਈ ਸਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਤਜਰਬੇ ਹੁੰਦੇ ਆ ਜੋ ਕਿ ਪ੍ਰਭੂ ਦੀ ਤਰਫੋਂ ਨਹੀਂ ਹੁੰਦੇ। Many people have experienced very bizarre things. ਔਰ ਕਈਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਅਜੀਬ ਤਰ੍ਹਾਂ ਦੇ ਤਜਰਬੇ ਕੀਤੇ ਨੇ। Such as believing that they have experienced aliens or ghosts. ਔਰ ਜਿਸ ਤਰ੍ਹਾਂ ਕਿ ਕਈ ਲੋਕ ਕਹਿੰਦੇ ਆ ਕਿ ਅਸੀਂ ਭੂਤ ਪ੍ਰੇਤਾਂ ਨੂੰ ਦੇਖਿਆ ਹੈ। Some people have experienced very traumatic things. ਔਰ ਕਈਆਂ ਨੇ ਤੇ ਬਹੁਤ ਹੀ ਅਜੀਬ ਤਰ੍ਹਾਂ ਦੇ ਤਜਰਬੇ ਹੋਏ ਉਹਨਾਂ ਦੀ ਜ਼ਿੰਦਗੀ ਦੇ ਵਿੱਚ। Such as abuse. ਜਿਸ ਤਰ੍ਹਾਂ ਕਿ ਬੁਰਾ ਸਲੂਕ ਜਾਂ ਭੈੜੇ ਕੰਮ ਜਿਹੜੇ ਨੇ। Sometimes by their spouses. ਕਦੀ ਉਹਨਾਂ ਦਾ ਜੀਵਨ ਸਾਥੀ ਨੇ ਉਹਨਾਂ ਦੇ ਨਾਲ ਕੋਈ ਇੱਦਾਂ ਦੀ ਘਟਨਾ ਘਟਾਈ ਆ। And sometimes by religious people. ਔਰ ਕਦੀ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਭੈੜੇ ਕੰਮ ਦੇਖੇ ਨੇ।
And then there are those that claim to have experienced ਔਰ ਫਿਰ ਜਿਹੜੇ ਲੋਕ ਕਹਿੰਦੇ ਨੇ ਕਿ ਸਾਨੂੰ ਇਦਾਂ ਦਾ ਬਹੁਤ ਅਜੀਬ ਤਜਰਬਾ ਹੋਇਆ or believe that they have experienced. ਜਾਂ ਫਿਰ ਉਹ ਇਸ ਗੱਲ ਦਾ ਵਿਸ਼ਵਾਸ ਕਰਦੇ ਨੇ ਕਿ ਹਾਂ ਸਾਨੂੰ ਇਸ ਗੱਲ ਦਾ ਤਜਰਬਾ ਹੋਇਆ ਹੈ They believe that they have experienced seeing the Virgin Mary appear. ਕਈਆਂ ਨੇ ਇਹ ਗੱਲ ਵੀ ਕਹੀ ਆ ਕਿ ਉਹਨਾਂ ਨੇ ਮਾਤਾ ਮਰੀਮ ਨੂੰ ਦੇਖਿਆ ਹੈ Even though she died 2,000 years ago. ਭਾਵੇਂ ਮਾਤਾ ਮਰੀਮ ਸਵਰਗਵਾਸ ਹੋਈ ਕੋਈ ਘੱਟੋ ਘੱਟ 2000 ਸਾਲ ਪਹਿਲਾਂ ਹੀ Let's look at what John said in the book of Revelation. ਆਓ ਅਸੀਂ ਦੇਖੀਏ ਜੋ ਬਾਈਬਲ ਦੀ ਪੁਸਤਕ ਜੋ ਆਖਰੀ ਪੁਸਤਕ ਹੈ ਪ੍ਰਕਾਸ਼ ਦੀ ਪੋਥੀ ਉਹਦੇ ਵਿੱਚ ਇੱਦਾਂ ਦੇ ਕਈ ਤਜਰਬਿਆਂ ਜ਼ਿੰਦਗੀ ਦੇ ਤਜਰਬਾ ਬਾਰੇ ਲਿਖਿਆ ਹੋਇਆ ਹੈ John said that he saw three powers working together. ਯਹੋਨਾ ਨੇ ਦੇਖਿਆ ਕਿ ਉਹਨਾਂ ਨੇ ਤਿੰਨ ਜਿਹੜੀਆਂ ਰੂਹਾਂ ਸੀ ਜਾਂ ਤਿੰਨ ਚੀਜ਼ਾਂ ਜਿਹੜੀਆਂ ਸੀ ਉਹ ਦੇਖੀਆਂ And he said that these powers were the spirits of devils. ਔਰ ਉਸਨੇ ਕਿਹਾ ਕਿ ਇਹ ਜਿਹੜੀਆਂ ਤਿੰਨ ਸ਼ਕਤੀਆਂ ਸਨ ਇਹ ਸ਼ੈਤਾਨ ਦੀਆਂ ਰੂਹਾਂ ਸਨ And these three spirits that came from the devil were able to work miracles. ਔਰ ਇਹ ਜਿਹੜੀਆਂ ਤਿੰਨੇ ਸ਼ਖਸੀਅਤਾਂ ਜਿਹੜੀਆਂ ਆਈਆਂ ਸ਼ੈਤਾਨ ਦੀ ਤਰਫੋਂ ਉਹਨਾਂ ਨੂੰ ਇੰਨੀ ਤਾਕਤ ਸੀ ਕਿ ਉਹ ਅਚੰਭੇ ਕੰਮ ਕਰ ਸਕਣ There are many things that we experience. ਬਹੁਤ ਸਾਰੇ ਇੱਦਾਂ ਦੇ ਕਈ ਤਜਰਬੇ ਨੇ ਜਿਹੜੇ ਅਸੀਂ ਜ਼ਿੰਦਗੀ 'ਚ ਕਰਦੇ ਹਾਂ Even supernatural, miraculous things. ਔਰ ਕਈ ਜ਼ਿੰਦਗੀ ਦੇ ਵਿੱਚ ਉਹੋ ਜਿਹੀਆਂ ਘਟਨਾ ਹੁੰਦੀਆਂ ਜਿਹੜੀਆਂ ਕਿ ਇੱਕ ਅਚੰਭਾ ਹੁੰਦੀਆਂ ਨੇ That came to us because of Satan, not God. ਔਰ ਉਹ ਕਈ ਘਟਨਾ ਜਿਹੜੀਆਂ ਜ਼ਿੰਦਗੀ 'ਚ ਘਟਦੀਆਂ ਨੇ ਉਹ ਪ੍ਰਭੂ ਵੱਲੋਂ ਨਹੀਂ ਹੁੰਦੀਆਂ ਬਲਕਿ ਸ਼ੈਤਾਨ ਦੀ ਤਰਫੋਂ ਹੁੰਦੀਆਂ This tells us that we cannot always trust what we experience. ਇਸ ਕਰਕੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਕਈ ਘਟਨਾ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਅਸੀਂ ਬੈਠੇ ਨਹੀਂ ਰਹਿ ਸਕਦੇ We have to remember that our faith is based on only one thing. ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਵਿਸ਼ਵਾਸ ਸਿਰਫ ਇੱਕ ਉੱਤੇ ਹੀ ਹੈ The Word of God. ਔਰ ਉਹ ਹੈ ਪ੍ਰਭੂ ਦੀ ਬਾਣੀ We can only trust the Word of God. ਅਸੀਂ ਪ੍ਰਭੂ ਦੀ ਬਾਣੀ ਜੋ ਹੈ ਉਹਦੇ ਉੱਤੇ ਵਿਸ਼ਵਾਸ ਕਰ ਸਕਦੇ ਹਾਂ So now let's take a look at culture. ਹੁਣ ਅਸੀਂ ਦੇਖੀਏ ਜੋ ਸਾਡੀ ਜੋ ਸਭਿਅਤਾ ਹੈ ਉਹਦੇ ਬਾਰੇ Well, what is a culture? ਸਭਿਅਤਾ ਕੀ ਚੀਜ਼ ਹੈ Culture is when a large group of people ਸਭਿਅਤਾ ਉਹ ਹੈ ਜਦੋਂ ਕਿ ਬਹੁਤ ਸਾਰੇ ਲੋਕਾਂ ਦਾ ਇਕੱਠ share certain things, ਇਕੱਠੇ ਹੋ ਕੇ ਕਈ ਗੱਲਾਂ ਜਦੋਂ ਕਰਦੇ ਨੇ such as they speak the same language. ਉਹ ਫਿਰ ਸਭਿਅਤਾ ਜਿਹੜੀ ਹੈ ਇੱਕੋ ਹੀ ਸਭਿਅਤਾ ਦੇ ਵਿੱਚ ਲੋਕ ਇਕੱਠੇ ਹੋ ਕੇ ਇੱਕੋ ਹੀ ਉਹ ਜ਼ਬਾਨ ਬੋਲਦੇ ਨੇ ਬੋਲੀ ਬੋਲਦੇ ਆ Such as they like to eat the same food. ਫਿਰ ਜਿਸ ਤਰੀਕੇ ਦੇ ਨਾਲ ਉਹ ਉਹਨਾਂ ਦਾ ਖਾਣਾ ਵੀ ਜਿਹੜਾ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ They like the same music. ਔਰ ਫਿਰ ਉਹਨਾਂ ਦੇ ਜਿਹੜੇ ਸੰਗੀਤ ਜਾਂ ਗੀਤ ਵਗੈਰਾ ਨੇ ਉਹ ਵੀ ਇੱਕ ਤਰ੍ਹਾਂ ਦੇ ਹੁੰਦੇ ਨੇ Or they even wear the same type of clothing. ਔਰ ਫਿਰ ਇੱਥੋਂ ਤੱਕ ਕਿ ਉਹ ਕੱਪੜੇ ਵੀ ਇੱਕੋ ਜਿਹੇ ਪਾਉਂਦੇ ਆ Let's look at what is good about culture. ਆਓ ਫਿਰ ਦੇਖੀਏ ਕਿ ਜਿਹੜੀ ਸਾਡੀ ਸਭਿਅਤਾ ਹੈ ਇਹਦੇ ਵਿੱਚ ਵੀ ਕੀ ਅੱਛਾਈ ਹੈ Well, first, culture gives people a sense of belonging. ਸਭ ਤੋਂ ਪਹਿਲਾਂ ਇਹਦੇ ਨਾਲ ਹਰ ਇਨਸਾਨ ਇੱਕ ਇਨਸਾਨ ਦੇ ਨਾਲ ਜੁੜਿਆ ਹੋਇਆ ਜਦੋਂ ਉਹ ਪਸੰਦ ਕਰਦਾ ਹੈ My background is Italian. ਆਪ ਦੀ ਜਿਹੜੀ ਜੋ ਪਿਛੋਕੜ ਹੈ ਉਹ ਇਟਲੀ ਦੇ ਮੁਲਕ ਦੀ ਹੈ And all of my Italian family lived in New York. ਔਰ ਇਹਨਾਂ ਦੀ ਜਿਹੜੀ ਸਾਰਾ ਪਰਿਵਾਰ ਸੀ ਉਹ ਨਿਊਯਾਰਕ ਦੇ ਵਿੱਚ ਰਹਿੰਦਾ ਸੀ But I was raised in the state of Virginia. ਲੇਕਿਨ ਇਹਨਾਂ ਦਾ ਪਾਲ ਪੋਸ਼ਣ ਜੋ ਬਚਪਨ ਹੈ ਉਹ ਵਰਜੀਨੀਆ ਜਿਹੜੀ ਸੂਬਾ ਹੈ ਅਮਰੀਕਾ ਦਾ ਉੱਥੇ ਹੋਇਆ In Virginia, there were no other Italians. ਉੱਥੇ ਵਰਜੀਨੀਆ ਦੇ ਵਿੱਚ ਜਿੱਥੇ ਰਹਿੰਦੇ ਸਨ ਉੱਥੇ ਹੋਰ ਕੋਈ ਇਟਲੀ ਤੋਂ ਨਹੀਂ ਸੀ ਰਹਿੰਦਾ And this made me feel very lonely. ਔਰ ਉਹਦੇ ਵਿੱਚ ਜਦੋਂ ਰਹਿੰਦੇ ਸੀ ਤੇ ਬੜੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਸੀ Because often I just didn't belong. ਕਿਉਂਕਿ ਅਕਸਰ ਮੈਂ ਉਸ ਸਭਿਅਤਾ ਦੇ ਵਿੱਚ ਨਹੀਂ ਸੀ I still remember how happy I felt as a child. ਔਰ ਫਿਰ ਮੈਨੂੰ ਇਹ ਵੀ ਪਤਾ ਕਿ ਮੈਂ ਇੱਕ ਬੱਚਾ ਹੁੰਦਿਆਂ ਹੋਇਆ ਮੈਂ ਕਿੰਨਾ ਖੁਸ਼ੀ ਮਹਿਸੂਸ ਕਰਦਾ ਸੀ When we would go to New York and visit my Italian family. ਜਦੋਂ ਇਹ ਆਪਣੇ ਖਾਨਦਾਨ ਦੇ ਵਿੱਚ ਨਿਊਯਾਰਕ ਵਿੱਚ ਉਹਨਾਂ ਨੂੰ ਮਿਲਣ ਜਾਂਦੇ ਸੀ It finally would make me feel like I belonged somewhere. ਔਰ ਫਿਰ ਉੱਥੇ ਮੈਨੂੰ ਇਦਾਂ ਲੱਗਦਾ ਸੀ ਕਿ ਹਾਂ ਮੇਰੀ ਕੋਈ ਸਭਿਅਤਾ ਹੈਗੀ ਆ
Now, culture also unites people. ਔਰ ਜਿਹੜੀ ਸਭਿਅਤਾ ਹੈ ਇਹਦੇ ਨਾਲ ਲੋਕਾਂ ਨੂੰ ਸਭਿਅਤਾ ਜੋ ਹੈ ਉਹ ਇਕੱਠਾ ਰੱਖਦੀ ਹੈ। It unites people through sharing the same music, ਔਰ ਇਹ ਲੋਕੀ ਜਦੋਂ ਇੱਕ ਸਭਿਅਤਾ ਦੇ ਵਿੱਚ ਇੱਕੋ ਤਰ੍ਹਾਂ ਦਾ ਸੰਗੀਤ ਜਾਂ ਗੀਤ ਉਹਨਾਂ ਨੇ ਗਾਉਣੇ ਹੁੰਦੇ ਨੇ। when people share the same food. ਜਦੋਂ ਕਿ ਉਹ ਖਾਣਾ ਵੀ ਫਿਰ ਇੱਕੋ ਜਿਹਾ ਖਾਂਦੇ ਨੇ। You know, it's very difficult when people get together ਔਰ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਇਸ ਤਰ੍ਹਾਂ ਸਭਿਅਤਾ ਦੇ ਵਿੱਚ ਲੋਕੀ ਜਦੋਂ ਇਕੱਠੇ ਹੁੰਦੇ ਨੇ and everybody likes to eat different types of food. ਔਰ ਉਹ ਆਪੋ ਆਪਣਾ ਪਕਾਇਆ ਹੋਇਆ ਆਪੋ ਆਪਣਾ ਅਲੱਗ ਤਰ੍ਹਾਂ ਦਾ ਖਾਣਾ ਖਾਂਦੇ ਨੇ। You don't even know what to cook. ਉਹ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਵੀ ਇਹ ਪਕਾਇਆ ਕਿੱਦਾਂ ਹੁੰਦਾ। But when everyone likes the same food, ਜਦੋਂ ਹਰ ਇੱਕ ਉਹ ਇੱਕੋ ਜਿਹਾ ਖਾਣਾ ਖਾਂਦੇ ਨੇ it unites the people. ਇਹਦੇ ਨਾਲ ਲੋਕ ਇਹ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਇੱਕ ਜੁੜੇ ਹੋਏ ਲੱਗਦੇ ਨੇ। So culture is fantastic. ਔਰ ਇਸ ਤਰ੍ਹਾਂ ਸਭਿਅਤਾ ਜਿਹੜੀ ਹੈ ਉਹ ਬੜੀ ਮਹੱਤਤਾ ਰੱਖਦੀ ਹੈ। But is there anything dangerous about our cultures? ਪਰ ਦੇਖੀਏ ਕਿ ਜਿਹੜਾ ਸਾਡੀ ਸਭਿਅਤਾ ਉਹਦੇ ਵਿੱਚ ਕੋਈ ਭੈੜੀ ਗੱਲ ਵੀ ਹੈ। Let's see what the Bible says. ਆਓ ਦੇਖੀਏ ਕਿ ਬਾਈਬਲ ਇਹਦੇ ਬਾਰੇ ਕੀ ਕਹਿੰਦੀ ਹੈ। In the book of Isaiah, ਯਸਾਇਆ ਦੀ ਪੁਸਤਕ ਹੈ ਪ੍ਰਭੂ ਦੀ ਬਾਣੀ ਯਾਨੀ ਕਿ ਬਾਈਬਲ ਦੇ ਵਿੱਚ God gives us this warning. ਔਰ ਪ੍ਰਭੂ ਸਾਨੂੰ ਚੇਤਾਵਨੀ ਦਿੰਦੇ ਹਨ। Sometimes our cultures believe that something is right. ਕਦੇ ਕਦੇ ਜਿਹੜੀ ਸਭਿਅਤਾ ਜਿਹੜੀ ਆ ਸਾਡੀ ਉਹ ਸੋਚਦੀ ਆ ਕਿ ਇੱਕ ਜਿਹੜੀ ਕੋਈ ਇੱਕ ਜਿਹੜੀ ਗੱਲ ਆ ਉਹ ਬੜੀ ਅੱਛੀ ਹੈ। Even though the Bible says that it is wrong. ਔਰ ਲੇਕਿਨ ਬਾਈਬਲ ਵੀ ਇਹਦੇ ਬਾਰੇ ਦੱਸਦੀ ਹੈ ਕਿ ਇਹ ਕਈ ਗਲਤ ਗੱਲਾਂ ਵੀ ਹੋ ਸਕਦੀਆਂ। Let me give you an example. ਔਰ ਕਹਿੰਦੇ ਨੇ ਕਿ ਮਿਸਾਲ ਦੇਣਾ ਚਾਹੁੰਦੇ ਨੇ। There are many cultures ਬਹੁਤ ਸਾਰੀਆਂ ਸਭਿਅਤਾਵਾਂ ਨੇ that you can find ਤੁਸੀਂ ਦੇਖਦੇ ਹੋ out on the islands in the ocean. ਜਦੋਂ ਕਿ ਦੁਨੀਆ ਦੇ ਵਿੱਚ ਕਈ ਜਗ੍ਹਾ ਟਾਪੂ ਨੇ ਯਾਨੀ ਕਿ ਛੋਟੇ ਛੋਟੇ ਮੁਲਕ ਨੇ ਜਿਹੜੇ ਕਿ ਪਾਣੀ ਦੇ ਨਾਲ ਘਿਰੇ ਹੋਏ ਨੇ ਚਾਰੇ ਪਾਸੇ ਉਹਨਾਂ ਦੇ ਪਾਣੀ ਹੈ ਜਾਂ ਸਮੁੰਦਰ ਹੈ। And for a long time, ਬਹੁਤ ਸੇ ਸਮੇਂ ਤੱਕ many of these cultures practiced cannibalism. ਉਹਨਾਂ ਦੇ ਵਿੱਚੋਂ ਕਈਆਂ ਨੇ ਉਹ ਸਭਿਅਤਾ ਸੀ ਕਿ ਉਹ ਬੰਦਿਆਂ ਦਾ ਮਾਸ ਖਾਂਦੇ ਸੀ। Cannibalism is when people would kill and eat other people. ਉਹਦਾ ਅਰਥ ਇਹ ਸੀ ਕਿ ਉਹਨਾਂ ਦੀ ਰਸਮ ਦੇ ਵਿੱਚ ਜਦੋਂ ਦੂਸਰੇ ਬੰਦਿਆਂ ਨੂੰ ਮਾਰ ਕੇ ਤੇ ਉਹ ਖਾ ਜਾਂਦੇ ਸੀ। Now, many of these island cultures ਔਰ ਇਹਨਾਂ ਕਈਆਂ ਟਾਪੂਆਂ ਦੇ ਵਿੱਚ ਜਿਹੜੀ ਉਹਨਾਂ ਦੀ ਸਭਿਅਤਾ ਸੀ did not see anything wrong with this. ਔਰ ਉਹ ਇਹ ਬੰਦੇ ਨੂੰ ਮਾਰ ਕੇ ਖਾਣ ਦੇ ਵਿੱਚ ਉਹ ਕੋਈ ਬੁਰੀ ਗੱਲ ਨਹੀਂ ਸੀ ਮਨਾਉਂਦੇ। But the Bible condemns this practice. ਲੇਕਿਨ ਬਾਈਬਲ ਸਾਫ਼ ਪ੍ਰਭੂ ਦੀ ਬਾਣੀ ਜਿਹੜੀ ਹੈ ਇਸ ਗੱਲ ਨੂੰ ਬੁਰਾ ਮਨਾਉਂਦੀ ਹੈ ਬੁਰਾ ਕਹਿੰਦੀ ਹੈ। So whenever we have a part of our culture ਜਦੋਂ ਇਹੋ ਜਿਹੀ ਗੱਲ ਕੋਈ ਸਾਡੀ ਸਭਿਅਤਾ ਦੇ ਵਿੱਚ ਹੁੰਦੀ ਆ that conflicts with the Bible, ਜੋ ਕਿ ਪ੍ਰਭੂ ਦੀ ਬਾਣੀ ਦੇ ਉਲਟ ਜਾਂਦੀ ਹੈ we have to trust the Bible ਉਹਦੇ ਵਿੱਚ ਸਾਨੂੰ ਮਹੱਤਤਾ ਜੋ ਬਾਈਬਲ ਕਹਿੰਦੀ ਹੈ ਉਹ ਦੇਣੀ ਪਏਗੀ and not follow our culture. ਉਹ ਫਿਰ ਆਪਣੀ ਸਭਿਅਤਾ ਦੇ ਵਿੱਚ ਜੋ ਬੁਰੀ ਗੱਲ ਹੈ ਉਹਦੇ ਪਿੱਛੇ ਨਹੀਂ ਜਾਣਾ। Enjoy your culture, ਆਪਣੀ ਸਭਿਅਤਾ ਜਿਹੜੀ ਆ ਉਹਨੂੰ ਤੁਸੀਂ ਮਨਾਓ ਖੁਸ਼ ਰਹੋ but obey the Bible. ਲੇਕਿਨ ਉਹ ਗੱਲਾਂ ਕਰਦੇ ਰਹੋ ਜਿਹੜੀ ਕਿ ਪ੍ਰਭੂ ਦੀ ਬਾਣੀ ਕਹਿੰਦੀ ਹੈ। So let's move on to reason. ਫਿਰ ਅਸੀਂ ਦੇਖੀਏ ਸੋਚ ਵਿਚਾਰ ਦੀ ਗੱਲ। Reason is trying to understand the world around us. ਜਿਹੜੀ ਸੋਚ ਵਿਚਾਰ ਦਾ ਮਤਲਬ ਹੈ ਕਿ ਕਿਸੇ ਚੀਜ਼ ਨੂੰ ਜਾਂ ਬਾਈਬਲ ਨੂੰ ਸਮਝਣਾ। Simply by trying to think about what makes sense to you. ਔਰ ਸਿਰਫ ਉਹ ਜਿਹੜੇ ਤੁਹਾਡੇ ਆਪਣੇ ਵਿਚਾਰ ਦੇ ਵਿੱਚ ਹੀ ਤੁਹਾਨੂੰ ਸਮਝ ਲੱਗਦੀ ਹੈ ਉਸੇ ਗੱਲ ਤੇ ਬਹਿਣਾ। Many people think that faith and thinking or faith and reason do not belong together. ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਇੱਕ ਸੋਚ ਵਿਚਾਰ ਕਰਨੀ ਤੇ ਬਾਈਬਲ ਜੋ ਕਹਿੰਦੀ ਹੈ ਇਹਦੇ ਵਿੱਚ ਕੋਈ ਇਕੱਠ ਨਹੀਂ ਹੈ। But God invites the prophet ਲੇਕਿਨ ਪ੍ਰਭੂ ਜਿਹੜੇ ਨਬੀ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਗੱਲਬਾਤ ਕਰਦੇ ਸਨ ਉਹਨਾਂ ਨੂੰ ਦਾਵਤ ਵੀ ਦਿੰਦੇ ਸੀ ਗੱਲਬਾਤ ਕਰਨੀ। He says, come and let us reason together. ਪ੍ਰਭੂ ਨੇ ਕਈਆਂ ਨਬੀਆਂ ਨੂੰ ਕਿਹਾ ਜਿੱਦਾਂ ਯਸਾਇਆ ਦਾ ਪਹਿਲਾ ਅਧਿਆਇ ਉਹਦੀ 17ਵੀਂ ਵਰਸ ਦੇ ਵਿੱਚ ਉਹਨਾਂ ਕਿਹਾ ਕਿ ਆਓ ਅਸੀਂ ਮਿਲ ਕੇ ਤੇ ਸੋਚ ਵਿਚਾਰ ਕਰੀਏ। God expects us to use the intelligence that he's given us. ਪ੍ਰਭੂ ਚਾਹੁੰਦਾ ਹੈ ਕਿ ਜੋ ਸਾਨੂੰ ਸੋਚ ਵਿਚਾਰ ਦੀ ਸ਼ਕਤੀ ਦਿੱਤੀ ਹੈ ਉਸ ਨੂੰ ਅਸੀਂ ਇਸਤੇਮਾਲ ਕਰੀਏ। So what's good about our ability to reason? ਔਰ ਫਿਰ ਜੋ ਪ੍ਰਭੂ ਨੇ ਸਾਨੂੰ ਸੋਚ ਵਿਚਾਰ ਦੀ ਸ਼ਕਤੀ ਦਿੱਤੀ ਹੈ ਇਹਦੇ ਵਿੱਚ ਅੱਛੀ ਗੱਲ ਕਿਹੜੀ ਹੈ?
Well, reason can help us make good decisions. ਸੋਚ ਵਿਚਾਰ ਕਰਕੇ ਸਾਡੀ ਮਦਦ ਹੋ ਸਕਦੀ ਹੈ ਕਿ ਅਸੀਂ ਅੱਛੇ ਜ਼ਿੰਦਗੀ ਦੇ ਫੈਸਲੇ ਕਰ ਸਕੀਏ, such as choosing to accept Jesus Christ ਜਿਸ ਤਰ੍ਹਾਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰਨ ਦਾ, based on strong reasons. ਔਰ ਉਹਦੇ ਵਿੱਚ ਸੋਚ ਵਿਚਾਰ ਕਰਨ ਦੇ ਨਾਲ, Reason can help us to explain to others who God is. ਔਰ ਫਿਰ ਸੋਚ ਵਿਚਾਰ ਦੇ ਜ਼ਰੀਏ ਅਸੀਂ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ ਕਿ ਪ੍ਰਭੂ ਕੌਣ ਹੈ ਜਾਂ ਕਿਸ ਤਰ੍ਹਾਂ ਹੈ। And we are told that we should always have a reason to give to someone about why we believe in God. ਔਰ ਫਿਰ ਇਹ ਜ਼ਰੂਰੀ ਹੈ ਕਿ ਸੋਚ ਵਿਚਾਰ ਦੇ ਨਾਲ ਦੂਸਰਿਆਂ ਨੂੰ ਵੀ ਅਸੀਂ ਦੱਸ ਸਕੀਏ ਜੋ ਸਾਡਾ ਵਿਸ਼ਵਾਸ ਹੈ। And Paul says that our worship is our reasonable service. ਇਸੇ ਤਰੀਕੇ ਨਾਲ ਪ੍ਰਭੂ ਦਾ ਇੱਕ ਸ਼ਾਗਿਰਦ ਜੋ ਪਾਲ ਹੈ ਉਹ ਕਹਿੰਦਾ ਹੈ ਕਿ ਸੋਚ ਵਿਚਾਰ ਕਰਨ ਦੇ ਨਾਲ ਪ੍ਰਭੂ ਦੀ ਇੱਕ ਸਾਡਾ ਹਿੱਸਾ ਹੈ ਪ੍ਰਭੂ ਦੀ ਉਪਾਸਨਾ ਕਰਨਾ। So what's dangerous about our ability to reason? ਫਿਰ ਇਹਦੇ 'ਚ ਜੋ ਖਤਰਾ ਹੈ ਉਹ ਕਿਹੜਾ ਹੈ ਕਿ ਜਦ ਅਸੀਂ ਜਿਹਨੂੰ ਸੋਚ ਵਿਚਾਰ ਕਰਨੀ ਸ਼ੁਰੂ ਕਰਦੇ ਹਾਂ। Well, sometimes we can become so smart ਕਦੇ ਕਦੇ ਅਸੀਂ ਆਪਣੇ ਆਪ ਨੂੰ ਇੰਨਾ ਹੁਸ਼ਿਆਰ ਗਿਣਨਾ ਮੰਨ ਲੈਂਦੇ ਹਾਂ and so educated ਔਰ ਅਸੀਂ ਦੇਖਦੇ ਹਾਂ ਕਿ ਅਸੀਂ ਬੜੇ ਵਿਦਵਾਨ ਹੋ ਗਏ ਹਾਂ that we think we can understand the world without God. ਔਰ ਅਸੀਂ ਫਿਰ ਇਹ ਵੀ ਸੋਚਦੇ ਹਾਂ ਕਿ ਅਸੀਂ ਦੁਨੀਆ ਦੀ ਹਰ ਚੀਜ਼ ਸਮਝ ਸਕਦੇ ਹਾਂ ਪ੍ਰਭੂ ਦੀ ਸ਼ਕਤੀ ਤੋਂ ਬਗੈਰ। But look at what God said to the prophet. ਲੇਕਿਨ ਦੇਖੋ ਪ੍ਰਭੂ ਨੇ ਨਬੀਆਂ ਨੂੰ ਕੀ ਗੱਲ ਕਹੀ। He said, higher than the heavens are above the earth. ਉਹਨਾਂ ਨੇ ਕਿਹਾ ਕਿ ਮੇਰੇ ਜੋ ਖਿਆਲ ਨੇ, ਜੋ ਮੇਰੀ ਸੋਚ ਵਿਚਾਰ ਹੈ ਉਹ ਜ਼ਮੀਨ ਤੋਂ ਇੰਨੀ ਉੱਚੀ ਆ ਜਿੰਨੀ ਕਿ ਜ਼ਮੀਨ ਤੋਂ ਸਵਰਗ ਯਾਨੀ ਕਿ ਅਸਮਾਨ ਉੱਚਾ ਹੈ। So are my thoughts higher than your thoughts. ਇਸ ਕਰਕੇ ਉਹ ਕਹਿੰਦਾ ਕਿ ਤੁਹਾਡੇ ਜਿਹੜੇ ਸੋਚ ਵਿਚਾਰ ਆ, ਤੁਹਾਡੀ ਸੋਚ ਵਿਚਾਰ ਤੋਂ ਮੇਰੇ ਜੋ ਖਿਆਲ, ਜੋ ਮੇਰੀ ਸੋਚ ਵਿਚਾਰ ਆ ਉਹ ਕਿਤੇ ਉੱਚੀ ਆ। Our ability to understand the world ਸਾਡੀ ਸੋਚ ਵਿਚਾਰ ਕਿ ਅਸੀਂ ਦੁਨੀਆ ਨੂੰ ਜਾਂ ਪ੍ਰਭੂ ਦੀ ਬਾਣੀ ਨੂੰ ਸਮਝ ਸਕੀਏ, it's limited. ਇਹ ਬੜੀ ਇਹਦੀ ਕੋਈ ਹੱਦ ਹੈ। We need God to help us. ਇਸ ਕਰਕੇ ਸਾਨੂੰ ਪ੍ਰਭੂ ਦੀ ਮਦਦ ਦੀ ਜ਼ਰੂਰਤ ਹੈ ਕਿ ਅਸੀਂ ਪ੍ਰਭੂ ਦੀ ਬਾਣੀ ਵੀ ਸਮਝ ਸਕੀਏ। Now let's look at the Bible. ਫਿਰ ਅਸੀਂ ਦੇਖਦੇ ਹਾਂ ਕਿ ਪ੍ਰਭੂ ਦੀ ਜੋ ਬਾਣੀ ਹੈ ਯਾਨੀ ਕਿ ਬਾਈਬਲ ਵਿੱਚ ਜੋ ਦੱਸੀ ਗਈ ਹੈ। Jesus, when talking to his Father, said this. ਜਦੋਂ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰ ਰਹੇ ਸੀ ਪ੍ਰਭੂ ਦੇ ਅੱਗੇ ਤੇ ਉਹਨਾਂ ਨੇ ਇਸ ਤਰ੍ਹਾਂ ਕਿਹਾ, Father, ਹੇ ਪ੍ਰਭੂ, sanctify them through thy truth. ਕਿ ਮੇਰੇ ਸ਼ਾਗਿਰਦਾਂ ਨੂੰ, ਮੇਰੇ ਮੰਨਣ ਵਾਲਿਆਂ ਨੂੰ, ਉਹਨਾਂ ਨੂੰ ਪਵਿੱਤਰ ਕਰ ਆਪਣੀ ਬਾਣੀ ਦੇ ਜ਼ਰੀਏ, For thy word is truth. ਕਿਉਂਕਿ ਤੇਰੀ ਬਾਣੀ ਜੋ ਹੈ ਉਹ ਸੱਚੀ ਹੈ। Jesus believed in the Bible. ਪ੍ਰਭੂ ਯਿਸੂ ਮਸੀਹ ਨੇ ਵੀ ਬਾਈਬਲ ਦੇ ਉੱਤੇ ਵਿਸ਼ਵਾਸ ਰੱਖਿਆ। So let's see what's so wonderful about the Bible. ਆਓ ਦੇਖੀਏ ਕਿ ਪ੍ਰਭੂ ਦੀ ਬਾਣੀ ਯਾਨੀ ਕਿ ਬਾਈਬਲ ਦੇ ਬਾਰੇ ਕਿੰਨੀ ਅੱਛੀ ਗੱਲ ਹੈ। Well, for me, ਕਹਿੰਦੇ ਨੇ ਕਿ ਜਿੱਥੋਂ ਤੱਕ ਮੇਰਾ ਤਾਲੁਕ ਹੈ, the Bible provided me answers to some of life's most difficult questions. ਕਿ ਬਾਈਬਲ ਦੇ ਵਿੱਚੋਂ ਜ਼ਿੰਦਗੀ ਦੀਆਂ ਬਹੁਤ ਸਾਰੇ ਸਵਾਲ ਜੋ ਪ੍ਰਸ਼ਨ ਨੇ ਉਹਨਾਂ ਦਾ ਉੱਤਰ ਮਿਲ ਜਾਂਦਾ ਹੈ। Questions about our origin. ਸਭ ਤੋਂ ਪਹਿਲਾਂ ਕਿ ਦੁਨੀਆ ਜਿਹੜੀ ਆ ਇਹ ਕਿੱਥੋਂ ਬਣੀ ਹੈ, ਜੋ ਕਿ ਬਾਈਬਲ ਦੇ ਵਿੱਚ ਉਹਦੀ ਪਹਿਲੀ ਪੁਸਤਕ 'ਚ ਮਿਲਦੀ ਹੈ ਜਿਹਨੂੰ ਅਸੀਂ ਪੈਦਾਇਸ਼ ਜਾਂ ਜੈਨੇਸਿਸ ਕਹਿੰਦੇ ਹਾਂ। Questions about the meaning of life. ਫਿਰ ਜ਼ਿੰਦਗੀ ਦਾ ਅਰਥ ਕੀ ਹੈ ਉਹਦੇ ਵਿੱਚ ਵੀ ਸਾਨੂੰ ਬਾਈਬਲ 'ਚੋਂ ਪਤਾ ਚੱਲਦਾ ਹੈ, ਜਿੱਦਾਂ ਕਿ ਯਹੋਨਾ ਦੀ ਅੰਜੀਲ 17 ਬਾਬ 3 ਆਇਤ ਦੇ ਵਿੱਚ। Many people have no idea why they're on the earth. ਬਹੁਤ ਸਾਰਿਆਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਇਸ ਦੁਨੀਆ ਦੇ ਉੱਤੇ ਕਾਹਦੇ ਵਾਸਤੇ ਆਏ। And when your life has no purpose or meaning, ਜਦੋਂ ਫਿਰ ਸਾਡੀ ਜ਼ਿੰਦਗੀ ਤੁਹਾਨੂੰ ਪਤਾ ਨਹੀਂ ਕਿ ਜ਼ਿੰਦਗੀ ਦੇ ਵਿੱਚ ਇਸ ਦੁਨੀਆ ਤੇ ਰਹਿਣ ਦਾ ਮਤਲਬ ਕੀ ਹੈ, the world can be a very confusing place. ਔਰ ਫਿਰ ਇੱਕ ਇਨਸਾਨ ਦਾ ਦਿਮਾਗ ਜਿਹੜਾ ਉਹ ਗੜਬੜ ਵਿੱਚ ਰਹਿੰਦਾ ਹੈ। The Bible provides us answers about the questions of morality. ਔਰ ਫਿਰ ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਇੱਕ ਦੁਨੀਆ ਦੇ ਵਿੱਚ ਪਵਿੱਤਰ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਰਹਿਣਾ ਚਾਹੀਦਾ, ਜਦੋਂ ਕਿ ਬਾਈਬਲ ਦੀ ਦੂਸਰੀ ਪੁਸਤਕ ਉਹਦਾ ਨਾਂ ਹੈ ਕੂਚ ਦੀ ਕਿਤਾਬ, ਅੰਗਰੇਜ਼ੀ ਵਿੱਚ ਐਕਸੋਡਸ, ਉਹਦੇ 20ਵੇਂ ਅਧਿਆਇ ਦੇ ਵਿੱਚ ਸਾਫ਼ ਲਿਖਿਆ ਹੈ ਕਿ ਇਨਸਾਨ ਠੀਕ ਕਿਸ ਤਰ੍ਹਾਂ ਰਹਿ ਸਕਦਾ ਹੈ, ਅੱਛਾ ਜੀਵਨ ਕਿੱਦਾਂ ਬਤੀਤ ਕਰ ਸਕਦਾ ਹੈ। The Bible tells us what's right and what is wrong. ਔਰ ਜਿੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਜੀਵਨ ਦੇ ਵਿੱਚ ਗਲਤ ਕਿਹੜੀ ਚੀਜ਼ ਹੈ ਔਰ ਠੀਕ ਕਿਹੜੀ ਚੀਜ਼ ਹੈ।
It tells us how we should live and treat each other. ਔਰ ਇਹ 'ਚ ਸਾਨੂੰ ਇਹ ਦੱਸਿਆ ਹੈ ਕਿ ਸਾਨੂੰ ਜ਼ਿੰਦਗੀ ਕਿੱਦਾਂ ਬਤੀਤ ਕਰਨੀ ਚਾਹੀਦੀ ਆ ਔਰ ਕਿਸ ਤਰ੍ਹਾਂ ਸਾਡਾ ਸਲੂਕ ਜਿਹੜਾ ਹੈ ਇੱਕ ਦੂਸਰੇ ਨਾਲ ਹੋਣਾ ਚਾਹੀਦਾ। And the Bible provides us answers about our destiny. ਔਰ ਫਿਰ ਬਾਈਬਲ 'ਚੋਂ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਮਰਨ ਦੇ ਬਾਅਦ ਆਖਿਰਕਾਰ ਅਸੀਂ ਕਿੱਥੇ ਜਾਣਾ ਹੈ। Where do we go when we die? ਔਰ ਫਿਰ ਅਸੀਂ ਕਿੱਥੇ ਜਾਂਦੇ ਹਾਂ ਜਦੋਂ ਅਸੀਂ ਜ਼ਿੰਦਗੀ ਦਾ ਸਫ਼ਰ ਜਿਹੜਾ ਵਾ ਉਹ ਪੂਰਾ ਕਰ ਲੈਂਦੇ ਹਾਂ। Is this life all there is? ਕੀ ਫਿਰ ਸਿਰਫ ਇਸ ਦੁਨੀਆ ਦੇ ਉੱਤੇ ਹੀ ਪੈਦਾ ਹੋਣਾ ਔਰ ਮਰਨਾ ਇੰਨਾ ਹੀ ਹੈ? So if the Bible provides us answers for all of these questions, ਫਿਰ ਜਦੋਂ ਇਹ ਜ਼ਿੰਦਗੀ ਦੇ ਸਾਰੇ ਪ੍ਰਸ਼ਨ ਜਿਹੜੇ ਆ ਬਾਈਬਲ ਦੱਸਦੀ ਆ, ਪ੍ਰਭੂ ਦੀ ਬਾਣੀ ਦੱਸਦੀ ਹੈ, ਤਾਂ we have to ask, ਔਰ ਫਿਰ ਸਾਨੂੰ ਇਹ ਮੰਗਣਾ ਪਏਗਾ ਪ੍ਰਭੂ ਕੋਲੋਂ is there anything bad about the Bible? ਕਿ ਇਹ ਪ੍ਰਭੂ ਕਿ ਬਾਈਬਲ ਦੇ ਵਿੱਚ ਕੋਈ ਬੁਰੀ ਚੀਜ਼ ਵੀ ਹੈ? Absolutely not. ਬਿਲਕੁਲ ਕੋਈ ਨਹੀਂ ਹੈ। Look at what is written in the book of Psalms. ਔਰ ਦੇਖੋ ਜ਼ਬੂਰ ਦੀ ਪੁਸਤਕ ਉਹਦਾ 119 ਗੀਤ ਹੈ, ਯਾਨੀ ਕਿ ਅਧਿਆਇ ਆ ਪੂਰੀ 103 ਵਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ। The psalmist said this, ਉਹ ਲਿਖਣ ਵਾਲੇ ਨੇ ਪ੍ਰਭੂ ਦੇ ਅਗਵਾਈ ਦੇ ਹੁੰਦਿਆਂ ਹੋਇਆਂ ਇਹ ਗੱਲ ਦੱਸੀ। he said, "Oh God, how I love your words, for they are sweeter to me than honey." ਉਸਨੇ ਕਿਹਾ ਕਿ हे ਪ੍ਰਭੂ ਤੇਰੀ ਬਾਣੀ ਕਿੰਨੀ ਮਿੱਠੀ ਆ, ਇਹ ਤੇ ਸ਼ਹਿਦ ਨਾਲੋਂ ਵੀ ਮੈਨੂੰ ਮਿੱਠੀ ਲੱਗਦੀ ਆ। We must remember with all matters of faith, ਔਰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਵਿਸ਼ਵਾਸ ਦੀਆਂ ਜੋ ਵੀ ਉਸ ਵਿਸ਼ਵਾਸ ਦੇ ਵਿੱਚ ਸਾਨੂੰ ਸਿੱਖਿਆ ਮਿਲਦੀ ਹੈ। and when we are making decisions about anything in life, ਔਰ ਜਦੋਂ ਉਸ ਵਿਸ਼ਵਾਸ ਦੇ ਮੁਤਾਬਕ ਜੋ ਕਿ ਪ੍ਰਭੂ ਦੇ ਪਾਸੋਂ ਸਾਡੇ ਪਾਸ ਆਇਆ ਹੈ ਬਾਣੀ ਦੇ ਵਿੱਚੋਂ, ਸਾਰੀਆਂ ਚੀਜ਼ਾਂ ਤੋਂ our traditions and experiences and culture and reason have a place. ਔਰ ਭਾਵੇਂ ਇਸ ਦੁਨੀਆ ਦੇ ਵਿੱਚ ਸਾਡੀਆਂ ਰਸਮ ਰਿਵਾਜ ਜਾਂ ਜ਼ਿੰਦਗੀ ਵਿੱਚ ਸਾਨੂੰ ਕੋਈ ਤਜਰਬਾ ਹੁੰਦਾ ਜਾਂ ਸਾਡੀਆਂ ਸਭਿਅਤਾ ਨੇ ਜਾਂ ਸਾਡੀ ਸੋਚ ਵਿਚਾਰ ਹੈ, ਇਹਨਾਂ ਦੀ ਆਪਣੀ ਆਪਣੀ ਜਗ੍ਹਾ ਮਹੱਤਤਾ ਜ਼ਰੂਰ ਹੈ, but they should never take the place of the Bible. ਲੇਕਿਨ ਉਹ ਪ੍ਰਭੂ ਦੀ ਬਾਣੀ ਦੇ ਵਿੱਚ ਜੋ ਲਿਖਿਆ ਹੋਇਆ ਹੈ ਉਹਨਾਂ ਦੇ ਉਲਟ ਕਦੇ ਵੀ ਨਹੀਂ ਹੋਣੀ ਚਾਹੀਦੀ। I'm going to summarize this quotation. ਔਰ ਕਹਿੰਦੇ ਨੇ ਕਿ ਇੱਕ ਇੱਕ ਪੈਰਾ ਹੈ, ਪੈਰਾਗ੍ਰਾਫ ਜਿਹਨੂੰ ਕਿ ਇੱਕ ਪਦ ਕਹਿੰਦੇ ਨੇ, ਉਹ ਇੱਥੇ ਜੋ ਲਿਖਿਆ ਹੋਇਆ ਹੈ, ਕਹਿੰਦੇ ਕਿ ਮੈਂ ਇਹਦਾ ਨਿਚੋੜ ਦੱਸਣਾ ਚਾਹੁੰਦਾ ਹਾਂ, But please read it for yourself. ਔਰ ਤੁਸੀਂ ਆਪ ਵੀ ਇਹਨੂੰ ਪੜ੍ਹ ਸਕਦੇ ਹੋ। In summary, it says this, ਔਰ ਇਹਦਾ ਨਿਚੋੜ ਕੱਢੀਏ ਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ that no matter how smart we become, ਇਹਦੀ ਕੋਈ ਗੱਲ ਨਹੀਂ ਕਿ ਤੁਸੀਂ ਕਿੰਨੇ ਵੀ ਸੋਚ ਵਿਚਾਰ ਕਰਨ ਵਾਲੇ ਹੋ, and no matter what our opinions are ਔਰ ਸਾਡਾ ਜੋ ਮਰਜ਼ੀ ਖਿਆਲ ਆਪਣਾ ਕਿਉਂ ਨਾ ਹੋਵੇ about the world around us, ਔਰ ਜੋ ਦੁਨੀਆ ਦੇ ਵਿੱਚ ਜੋ ਹੁੰਦਾ ਹੈ ਉਹਦੇ ਬਾਰੇ, we should never allow those opinions ਔਰ ਸਾਨੂੰ ਕਦੇ ਵੀ ਸਾਡੀ ਜ਼ਿੰਦਗੀ ਦੀ ਜੋ ਵਿਦਵਾਨਤਾ ਜਾਂ ਜੋ ਕੁਝ ਹੈ ਕਦੇ ਵੀ ਸਾਨੂੰ ਇੱਥੋਂ ਤੱਕ ਨਹੀਂ ਪਹੁੰਚਾਉਣੀ ਚਾਹੀਦੀ to become more important to us than the Word of God. ਕਿ ਇਹ ਗੱਲਾਂ ਜਿਹੜੀਆਂ ਅਸੀਂ ਸਿੱਖਦੇ ਹਾਂ ਦੁਨੀਆ ਦੇ ਵਿੱਚ ਸਾਨੂੰ ਪਤਾ, ਪਰ ਇਹ ਕਦੇ ਵੀ ਪ੍ਰਭੂ ਦੀ ਬਾਣੀ ਦੇ ਵਿੱਚ ਇਹਨਾਂ ਦੀ ਮਹੱਤਤਾ ਨਹੀਂ ਹੋਣੀ ਚਾਹੀਦੀ। In the scripture, ਬਾਈਬਲ ਦੇ ਵਿੱਚ, ਬਾਣੀ ਦੇ ਵਿੱਚ we learn of Jesus. ਪ੍ਰਭੂ ਯਿਸੂ ਮਸੀਹ ਬਾਰੇ ਵੀ ਅਸੀਂ ਸਿੱਖਦੇ ਹਾਂ। And Jesus and his life is our greatest example. ਪ੍ਰਭੂ ਯਿਸੂ ਮਸੀਹ ਦਾ ਜੋ ਜੀਵਨ ਹੈ ਉਹ ਸਾਡੇ ਲਈ ਇੱਕ ਬਹੁਤ ਵੱਡੀ ਮਿਸਾਲ ਹੈ, ਉਦਾਹਰਣ ਹੈ। We must hear his voice ਸਾਨੂੰ ਹਮੇਸ਼ਾ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਸੁਣਨੀ ਚਾਹੀਦੀ ਹੈ and we must follow him ਔਰ ਉਹਦੇ ਪਿੱਛੇ ਚੱਲਣਾ ਚਾਹੀਦਾ ਹੈ above all else. ਔਰ ਬਾਕੀ ਸਾਰੀਆਂ ਗੱਲਾਂ ਨਾਲੋਂ ਵੱਧ ਕੇ। So that brings us to the end of our lesson. ਔਰ ਹੁਣ ਸਾਨੂੰ ਜਿਹੜਾ ਅੱਜ ਦਾ ਲੈਸਨ ਸੀ ਉਹਦੇ ਖਾਤਮੇ ਤੱਕ ਪਹੁੰਚ ਗਏ ਹਾਂ। Me and my dad want to thank you for joining us. ਔਰ ਆਪ ਔਰ ਮੈਂ ਬੜਾ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਮਿਲ ਕੇ ਸਾਡੇ ਨਾਲ ਜੋ ਸਿੱਖਿਆ ਹੈ, And we hope you were blessed. ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਮਿਲੀ ਹੈ। And we both look forward to seeing you again next week ਔਰ ਅਸੀਂ ਦੋਨੋਂ ਹੀ ਇਸ ਗੱਲ ਦੀ ਉਮੀਦ ਕਰਦੇ ਹਾਂ ਕਿ ਅਗਲੇ ਹਫਤੇ ਫਿਰ ਮਿਲਾਂਗੇ। for lesson number 5. ਉਹ ਨੰਬਰ ਜਿਹੜਾ ਹੈ ਸਬਕ ਦਾ ਉਹ 5 ਹੋਏਗਾ, 5ਵਾਂ ਲੈਸਨ ਹੋਏਗਾ। But until then, as always, ਔਰ ਉਦੋਂ ਸਮੇਂ ਤੱਕ ਜਿਸ ਤਰ੍ਹਾਂ ਕਿ ਹਮੇਸ਼ਾ we commend unto you ਅਸੀਂ ਤੁਹਾਨੂੰ ਪੇਸ਼ ਕਰਦੇ ਹਾਂ the Bible, ਉਹ ਹੈ
ਪ੍ਰਭੂ ਦੀ ਬਾਣੀ ਬਾਈਬਲ। And now my dad is going to pray, ਔਰ ਹੁਣ ਮੈਂ ਤੁਹਾਡੇ ਵਾਸਤੇ ਆਪਣੇ ਲਈ ਪ੍ਰਾਰਥਨਾ ਕਰਾਂਗਾ, and he's going to offer you a closing blessing. ਔਰ ਆਖਰ ਦੇ ਵਿੱਚ ਆਓ ਅਸੀਂ ਪ੍ਰਾਰਥਨਾ ਕਰੀਏ। ਪਿਆਰੇ ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੀ ਸੁਬਾਹ ਵਾਸਤੇ, ਔਰ ਨਾਲ ਹੀ ਪ੍ਰਭੂ ਤਮਾਮ ਉਹ ਤੇਰੇ ਲੋਕ ਜੋ ਤੈਨੂੰ ਪਸੰਦ ਕਰਦੇ ਔਰ ਇਸ ਸਬਕ ਨੂੰ ਸਿੱਖ ਕੇ ਜੋ ਵੀ ਉਹ ਫੈਸਲਾ ਕਰਨ, ਕਾਸ਼ ਕਿ ਉਹ ਤੁਹਾਡੀ ਤਰਫੋਂ ਹੋਏ। ਔਰ ਇਸ ਦੁਨੀਆ ਦੇ ਉੱਤੇ ਪ੍ਰਭੂ ਜੋ ਕੁਝ ਵੀ ਇਸ ਵੇਲੇ ਹੋ ਰਿਹਾ ਤੁਹਾਡੇ ਹੱਥ ਵਿੱਚ ਹੈ, ਤੁਸੀਂ ਇਸ ਨੂੰ ਠੀਕ ਕਰ ਸਕਦੇ ਹੋ। ਸਾਨੂੰ ਬਰਕਤਾਂ ਦਿਓ, ਸਾਡੀਆਂ ਗਲਤੀਆਂ ਕਸੂਰਾਂ ਨੂੰ ਮਾਫ ਕਰੋ। ਮਸੀਹ ਦਾ ਨਾਮ ਲੈ ਕੇ ਮੰਗਦੇ ਹਾਂ, ਆਮੀਨ, ਆਮੀਨ। Amen. God bless you. I'll see you very soon next week for the lesson number 5. ਅਗਲੇ ਹਫਤੇ ਫਿਰ lesson number 5 ਰਲ ਕੇ ਸਿੱਖਾਂਗੇ। God bless you. God bless. Amen. Amen.